ਮੋਰਚੇ ਦਾ ਉਹ ਹਾਲਾਤ ਸੀ ਜਿਵੇਂ ਪਾਕਿਸਤਾਨ ਨਾਲ ਜੰਗ ਲੱਗਣੀ ਹੋਵੇ। ਸਾਨੂੰ ਐ ਜੀ ਕਦੋਂ ਹਮਲਾ ਹੋ ਜੇ। ਉਦੋਂ ਨਾ ਇੱਥੇ ਸਪੀਕਰ ਵਾਲਾ ਖੜਦਾ ਸੀ ਨਾ ਤੰਬੂ ਵਾਲਾ ਖੜਦਾ ਸੀ। 19 ਤਰੀਕ ਨੂੰ ਪ੍ਰਧਾਨ ਮੰਤਰੀ ਨੇ ਤਿੰਨੇ ਕਾਨੂੰਨ ਰੱਦ ਕੀਤੇ ਤੇ ਪਰਾਲੀ ਐਕਟ ਵਾਪਸ ਲਿਆ ਤੇ ਬਿਜਲੀ ਐਕਟ ਨਾ ਲਿਆਉਣ ਦਾ ਭਰੋਸਾ ਦਿੱਤਾ ਸਾਰੇ ਭਾਰਤ ਦੇ ਕਿਸਾਨਾਂ ਨੂੰ। ਅਸੀਂ ਸਾਰੇ ਸੰਯੁਕਤ ਮੋਰਚੇ ਨੇ ਪ੍ਰਧਾਨ ਮੰਤਰੀ ਨੂੰ ਇੱਕ ਚਿੱਠੀ ਕੱਢੀ ਵੀ ਸਾਡੀਆਂ ਆਹ ਮੰਗਾਂ ਰਹਿ ਗਈਆਂ। ਸੈਂਟਰ ਸਰਕਾਰ ਨੇ ਉੱਤੇ ਸਾਨੂੰ ਕੋਈ ਚਿੱਠੀ ਨਹੀਂ ਭੇਜੀ, ਕੁਛ ਨਹੀਂ ਕਰਿਆ। ਮੈਸੇਜ ਰਾਹੀਂ ਮੋਬਾਈਲ ਰਾਹੀਂ ਸਾਡੇ ਕੋਲੇ ਗੱਲ ਆਈ ਵੀ ਸੈਂਟਰ ਸਰਕਾਰ ਕਮੇਟੀ ਬਣਾਉਣਾ ਚਾਹੁੰਦੀ ਹੈ, ਪਰ ਜਿਹੜਾ ਯੂਪੀ ਦੇ ਵਿੱਚ ਘਟਨਾ ਵਾਪਰੀ ਹੈ ਤੇ ਸਾਡੇ ਉੱਥੇ ਘੱਟੋ ਘੱਟ 4 ਕਿਸਾਨ ਤੇ 1 ਪੱਤਰਕਾਰ ਸ਼ਹੀਦ ਹੋਇਆ ਤੇ 4 ਸਾਡੇ ਕਿਸਾਨ ਸ਼ਹੀਦ ਹੋਏ ਨੇ। ਉਹਦੇ ਬਾਰੇ ਪ੍ਰਧਾਨ ਮੰਤਰੀ ਨੇ ਚੁੱਪ ਵੱਟੀ ਹੋਈ ਹੈ। ਅਸੀਂ ਜਿਹੜੇ ਸਾਥੀ ਦੇਣੇ ਨੇ ਪੰਜਾਬ ਵੱਲੋਂ ਉਹ ਤੈਅ ਕਰ ਲਏ, ਪਰ ਜਿੰਨਾ ਚੱਕਰ ਸਰਕਾਰ ਸਾਨੂੰ ਸਾਰਾ ਕੁਝ ਲਿਖ ਕੇ ਨਹੀਂ ਭੇਜਦੀ ਉਹਨਾਂ ਤੇ ਕੋਈ ਕੇਅਰ ਨਹੀਂ ਕਰਾਂਗੇ। ਅੱਜ ਇੰਨੀ ਗੱਲ ਹੋਈ ਹੈ ਜਿਹੜੀ ਨਕੰਮੀ ਸਰਕਾਰ ਕੋਲੇ ਸਾਡੇ ਸ਼ਹੀਦ ਕਿਸਾਨਾਂ ਦੀ ਲਿਸਟ ਨਹੀਂ, ਐਦੋਂ ਨਕੰਮੀ ਸਰਕਾਰ ਕਿਹੜੀ ਹੋਊਗੀ। ਸਵੇਰੇ ਸਾਡੇ ਕੋਈ ਜੰਗ ਲੱਗ ਜੇ ਇਹ ਤਾਂ ਫੌਜੀਆਂ ਬਾਰੇ ਕਹਿ ਦੇਣਗੇ ਸਾਡੇ ਕੋਲ ਲਿਸਟ ਨਹੀਂ। ਸਭ ਕੁਛ ਇਹਨਾਂ ਕੋਲੇ। ਇਹਨਾਂ ਨੂੰ ਫਰਜ਼ ਬਣਦਾ ਆਪਦੀਆਂ ਇੰਟੈਲੀਜੈਂਸ ਪੁੱਛਣ ਵੀ ਕਿੰਨੇ ਕਿਸਾਨ ਸ਼ਹੀਦ ਹੋ ਗਏ, ਕਿੰਨੇ ਮਜ਼ਦੂਰ ਸ਼ਹੀਦ ਹੋ ਗਏ, ਲੇਡੀ ਸ਼ਹੀਦ ਹੋ ਗਿਆ, ਬੱਚੇ ਸ਼ਹੀਦ ਹੋ ਗਏ। ਜਿਹੜੇ ਰਹਿ ਗਏ ਸੋ ਸਾਨੂੰ ਕਹਿਣ ਸਾਡਾ ਦਿਲ ਜਿੱਤਣਾ। ਤੁਹਾਡੇ ਕੋਲੇ ਕੋਈ ਲਿਸਟ ਹੈ ਕਿ ਇਹਨੇ ਕਿਸਾਨ ਆ ਤੁਹਾਡੇ ਸਾਡੇ ਕੋਲ ਲਿਸਟ ਕੇਂਦਰ ਨੂੰ ਦਿੱਤੀ ਜਾਏਗੀ? ਦੇਖੋ ਮੇਰੀ ਗੱਲ ਸੁਣੋ, ਸਾਡੇ ਕੋਲੇ ਸਾਰਾ ਕੁਝ ਹੈ, ਪਰ ਸਰਕਾਰ ਸਾਨੂੰ ਕਿਉਂ ਤੰਗ ਕਰਦੀ ਹੈ? ਸਰਕਾਰ ਕਾਹਦੀ ਤਨਖਾਹ ਦਿੰਦੀ ਹੈ ਅਫਸਰਾਂ ਨੂੰ? ਦੇਸ਼ ਦੇ ਵਿੱਚ ਕੀ ਹੋ ਰਿਹਾ ਹੈ ਉਹਦੀ ਜ਼ਿੰਮੇਵਾਰੀ ਨਹੀਂ ਬਣਦੀ। ਜਿਹੜੀ ਸਰਕਾਰ ਕੋਲੇ ਮਰਨ ਜੰਮਣ ਦੀ ਲਿਸਟ ਨਹੀਂ ਹੈਗੀ, ਐਦੋਂ ਨਕੰਮੀ ਸਰਕਾਰ ਕੀ ਹੋਊਗੀ? ਅੱਜ ਤੁਸੀਂ ਜਿਹੜੀ ਮੀਟਿੰਗ ਸੀ ਪੈਸੇ ਦੇ ਹਿਸਾਬ ਕਿਤਾਬ ਨੂੰ ਲੈ ਕੇ ਮੀਟਿੰਗ ਸੀ, ਕਿੰਨਾ ਖਰਚਾ ਹੋਇਆ, ਕਿੰਨੇ ਪੈਸੇ ਆਏ ਆ, ਤਾਂ ਉਸ ਦਾ ਜਿਹੜਾ ਰਿਕਾਰਡ ਹੈ ਕਿ ਮੀਡੀਆ ਦੇ ਜ਼ਰੀਏ ਸਾਹਮਣੇ ਰੱਖਿਆ ਜਾਏਗਾ ਜਾਂ ਕੀ ਫਾਰਮੈਟ ਰੱਖਿਆ ਜਾਏਗਾ? ਬਿਲਕੁਲ ਰੱਖਾਂਗੇ। ਮੇਰੇ ਸਾਥੀਓ, 19 ਤਰੀਕ ਨੂੰ ਪ੍ਰਧਾਨ ਮੰਤਰੀ ਨੇ ਤਿੰਨੇ ਕਾਨੂੰਨ ਰੱਦ ਕੀਤੇ ਤੇ ਪਰਾਲੀ ਐਕਟ ਵਾਪਸ ਲਿਆ ਤੇ ਬਿਜਲੀ ਐਕਟ ਨਾ ਲਿਆਉਣ ਦਾ ਭਰੋਸਾ ਦਿੱਤਾ ਸਾਰੇ ਭਾਰਤ ਦੇ ਕਿਸਾਨਾਂ ਨੂੰ। ਅਸੀਂ ਸਾਰੇ ਸੰਯੁਕਤ ਮੋਰਚੇ ਨੇ ਪ੍ਰਧਾਨ ਮੰਤਰੀ ਨੂੰ ਇੱਕ ਚਿੱਠੀ ਕੱਢੀ ਵੀ ਸਾਡੀਆਂ ਆਹ ਮੰਗਾਂ ਰਹਿ ਗਈਆਂ। ਸੈਂਟਰ ਸਰਕਾਰ ਨੇ ਉੱਤੇ ਸਾਨੂੰ ਕੋਈ ਚਿੱਠੀ ਨਹੀਂ ਭੇਜੀ, ਕੁਛ ਨਹੀਂ ਕਰਿਆ। ਮੈਸੇਜ ਰਾਹੀਂ ਮੋਬਾਈਲ ਰਾਹੀਂ ਸਾਡੇ ਕੋਲੇ ਗੱਲ ਆਈ ਵੀ ਸੈਂਟਰ ਸਰਕਾਰ ਕਮੇਟੀ ਬਣਾਉਣਾ ਚਾਹੁੰਦੀ ਹੈ ਤੇ ਕੇਸਾਂ ਦੀ ਜ਼ਿੰਮੇਵਾਰੀ ਸਟੇਟ ਸਰਕਾਰਾਂ ਨੂੰ ਦੇਣਾ ਚਾਹੁੰਦੀ ਹੈ। ਜਿਹੜੇ ਸਾਡੇ ਕਿਸਾਨ ਸ਼ਹੀਦ ਹੋ ਗਏ ਉਹਦੀ ਜ਼ਿੰਮੇਵਾਰੀ ਸਟੇਟ ਸਰਕਾਰਾਂ ਨੂੰ ਦੇਣਾ ਚਾਹੁੰਦੀ ਹੈ, ਪਰ ਜਿਹੜਾ ਯੂਪੀ ਦੇ ਵਿੱਚ ਘਟਨਾ ਵਾਪਰੀ ਹੈ ਤੇ ਸਾਡੇ ਉੱਥੇ ਘੱਟੋ ਘੱਟ 4 ਕਿਸਾਨ ਤੇ 1 ਪੱਤਰਕਾਰ ਸ਼ਹੀਦ ਹੋਇਆ ਤੇ 4 ਸਾਡੇ ਕਿਸਾਨ ਸ਼ਹੀਦ ਹੋਏ ਨੇ। ਉਹਦੇ ਬਾਰੇ ਪ੍ਰਧਾਨ ਮੰਤਰੀ ਨੇ ਚੁੱਪ ਵੱਟੀ ਹੋਈ ਹੈ। ਅਸੀਂ ਸਾਰਾ ਕੁਝ ਤੈਅ ਕਰ ਲਿਆ ਤੇ ਜਦੋਂ ਤੱਕ ਸਾਡੀ ਚਿੱਠੀ ਦਾ ਜਵਾਬ ਸੈਂਟਰ ਸਰਕਾਰ ਸਾਨੂੰ ਭੇਜ ਦੂ ਵੀ ਜਿਹੜੀ ਕਮੇਟੀ ਬਣੂਗੀ ਉਹ ਕਿੰਨਾ ਸਮਾਂ 'ਚ ਸਾਡਾ ਖਰੀਦ ਦਾ ਕਾਨੂੰਨ ਬਣਾ ਦੂਗੀ ਤੇ ਜਿਹੜੇ ਸਾਡੇ ਮਤਲਬ ਕੇਸ ਨੇ ਉਹਨੂੰ ਕਦੋਂ ਤੱਕ ਕਿਹਦੀ ਡਿਊਟੀ ਲਾਤੀ, ਕੀ ਦੇਸ਼ ਦਾ ਗ੍ਰਹਿ ਮੰਤਰੀ ਹੁਕਮ ਕਰੂਗਾ, ਉੱਥੋਂ ਦੇ ਸਟੇਟਾਂ ਦੇ ਗ੍ਰਹਿ ਮੰਤਰੀ ਨੂੰ ਛੱਡ ਕੇ ਉਹਨਾਂ ਨੂੰ ਕਹੂਗਾ ਤੇ ਮੁਆਵਜ਼ਾ ਸਟੇਟਾਂ ਦੇ ਮੰਤਰੀ ਖਜ਼ਾਨਾ ਮੰਤਰੀਆਂ ਨੂੰ ਸੱਦ ਕੇ ਕਹੂਗਾ। ਸਮਝ ਲੈ, ਇਹ 4-5 ਗੱਲਾਂ ਜਿੰਨਾ ਚਿਰ ਸੈਂਟਰ ਸਰਕਾਰ ਤੈਅ ਨਹੀਂ ਕਰਦੀ ਅਸੀਂ ਸਾਰਾ ਕੁਝ ਤੈਅ ਕਰ ਲਿਆ। ਅਸੀਂ ਜਿਹੜੇ ਸਾਥੀ ਦੇਣੇ ਨੇ ਪੰਜਾਬ ਵੱਲੋਂ
ਉਹ ਤੈਅ ਕਰ ਲੇ। ਪਰ ਜਿੰਨਾ ਚੱਕਰ ਸਰਕਾਰ ਸਾਨੂੰ ਸਾਰਾ ਕੁਝ ਲਿਖ ਕੇ ਨਹੀਂ ਭੇਜਦੀ ਉਹਨਾਂ ਤੇ ਕੋਈ ਕੇਅਰ ਨਹੀਂ ਕਰਾਂਗੇ। ਅੱਜ ਇੰਨੀ ਇਹ ਗੱਲ ਹੋਈ ਹੈ, ਦੋ ਗੱਲਾਂ ਤੇ ਸਾਥੀ ਜਿਹੜੇ ਕਿਦਣੇ ਨੇ ਉਹ ਅਸੀਂ ਤੈਅ ਕਰੇ ਨੇ ਤੇ ਅਗਲਾ ਸਾਡਾ ਹਿਸਾਬ ਕਿਤਾਬ ਹੈਗਾ। ਕੱਲ ਵੀ ਕੁਛ ਕਰਿਆ ਗਿਆ ਸੀ ਤੇ ਮਤਲਬ ਕੁਛ ਅਗਲੀਆਂ ਮੀਟਿੰਗਾਂ ਦੁਬਾਰੇ ਸਾਡੀ 3 ਤਰੀਕ ਦੀ 32 ਜਥੇਬੰਦੀਆਂ ਫੇਰ ਮੀਟਿੰਗ ਹੈ ਤੇ 4 ਤਰੀਕ ਨੂੰ ਸਾਡੀ ਸੰਯੁਕਤ ਮੋਰਚੇ ਦੀ ਮੀਟਿੰਗ ਹੈ। ਤੇ ਮੈਂ ਬੇਨਤੀ ਕਰਦਾ लखौल साहब कुछ माड़े मोटे बोलेंगे उदे प्रधानगी इन्होंने करी थी कल 32 जथेबंदी। तू हिंदी में कर। हमने फैसला लिया है प्रधान जी मैं ऊंचे हमने फैसला लिया है कि जब तक ये सरकार हमें लिखती तौर पर ये आश्वासन नहीं देगी, ये कमेटी का नहीं देगी, ये हमारे पास जितने भी हमारे थे केस दर्ज हैं उनको वापस नहीं लेगी, उतनी देर तक हम यहीं डटे रहेंगे। अब सरकार के पाले में बाल है, सरकार हमें बताए ये कमेटी कितने टाइम में फैसला लेगी, ये इसकी बनतर कैसी होगी, सरकार को बताना होगा। और केसों के लिए भी इन्होंने कहा भी हमसे मीटिंग की जाए हरियाणा से, ये हमें लिखती भेजें, हम तैयार हैं मीटिंग करने के लिए। और हमारे कल तक या परसों तक 2 दिन केस वापस लाएं, फिर ही हम कोई अगली 4 तरीक को फैसला लेंगे, नहीं उतनी देर तक हम यहीं डटे रहेंगे। धन्यवाद। साथियों, हम एक बात कहना चाहते हैं कि पिछले कुछ दिनों से मीडिया में बहुत सी अफवाहें चलाई जा रही है कि पंजाब वाले जा रहे हैं और कोई दूसरे अकेले रह गए हैं, पंजाब की जीत हो गई है। ऐसी कोई बात नहीं है। जो 3 कानून रद्द हुए हैं, जो हमारी जीत हुई है, वो सबकी जीत हुई है। तीनों कानून देश के लिए बने थे और पूरे देश के लिए रद्द हुए हैं। जो MSP का मामला है, जो पराली या दूसरे या कमेटी बननी है, वो पूरे देश का मामला है, पंजाब का भी उतना ही उसमें हिस्सा है। इसीलिए ये अफवाहें पर मत जाएं कि हम लोग जा रहे हैं। जो हमारी मांगे हैं, जो प्रधान जी ने पहले बताई है कमेटी के बारे में, मैं उसका दोहराव नहीं करूंगा। हम ये कहना चाहते हैं कि हम सभी इकट्ठा होकर पूरे प्रांतों के लोग लड़े हैं। भले ही पंजाब का ज़्यादा हिस्सा हो, फैसलों में ज़्यादा हिस्सा हो, ये हो सकता है, लेकिन ऐसी कोई बात नहीं है। इन अफवाहों में मत आए। हम इकट्ठे लड़ रहे हैं, संयुक्त मोर्चा इकट्ठा है। जब तक हमारी जो मांगे केसों वाली MSP की कमेटी बारे जो पूरी तरह कानूनी तौर पर सही नहीं हो जाता, हम कहीं नहीं जाने वाले। ये बात है। भोग सिंह जी मानसो थोड़े कुर्सी चेंज कर सत्कारयोग प्रेस वाले साथियों, जिस तरह हम पंजाब से 6 मांगे लेकर चले थे, उनमें से हमारी एक मांग कानून जो 3 काले कानून थे वो 19 तारीख को प्रधानमंत्री ने डिक्लेयर कर दिया था, मगर उसकी प्रक्रिया 29 तारीख से पूरी हुई है। इसी तरह जो MSP की मांग है उसकी प्रक्रिया बाकी है। वो लिखती रूप में नोटिफिकेशन करें कि कितनी देर में ये कमेटी रिपोर्ट देगी, क्या इस रिपोर्ट की संवैधानिक जी अधिकार है क्या होंगे, और कमेटी में कौन कौन से जोड़े है सदस्य होंगे। इसलिए ये मांग भी अभी अधूरी है। जब तक सरकार हमारे को नोटिफिकेशन नहीं देती तब तक ये हमारी मांग हम पूरी नहीं समझेंगे। इसके आगे 18 नवंबर पर जो बिजली एक्ट का एजेंडा लगा हुआ है, जो लास्ट भले ही सरकार बोल रही है कि असीं वो एजेंडा नहीं लावांगे, पर जिन्ना चिर सैशन चालू है उन्ना चिर उसका यकीन नहीं किया जा सकता। इसलिए ये जिहड़ियां साडीआं मंगां ने, बाकी अपना जिहड़ा केसां वाली मंग है वो अंदोलन के दौरान पैदा हुई है। साढ़े 700 के लगभग शहीद हुए ने किसान, और लखमीरपुर पूरी खीरी दे विच 4 किसान बारे सोच सकते हैं। बाकी सारा देश साडे नाल है, असीं सारे इकट्ठिਆਂ ने फैसला किया। अज जिवें तुहानूं हरियाणे वालिਆਂ ਦੀ भी मीटिंग हुई है, पंजाब वालिਆਂ ਦੀ मीटिंग हुई है, मीटिंगां लगातार हो रही ने। जो हालात बदल रहे, सिचुएशन जो आ रही ने, उस ते रोज़ विचारां कीतियां जा रही ने। जिस तरह साडे साथी प्रधान जी ने दस्सिया कि अगली साडी मीटिंग 3 तरीक की होनी है, इस SKM की जिहड़ी मीटिंग 4 तरीक नूं होनी है, ते लगातार जिहड़े फैसले नज़रसानी दे विच चल रहे ने। और जे
ਫੈਸਲਾ ਸਰਕਾਰ ਦੇ ਹੱਥ ਹੈ। ਜੋ ਸਰਕਾਰ ਸਾਨੂੰ ਸੈਟੀਸਫਾਈ ਕਰਦੀ ਹੈ ਤਦ ਅਸੀਂ ਮਤਲਬ ਜਿਹੜਾ ਹੈਗਾ ਆਪਣਾ ਫੈਸਲੇ ਬਾਰੇ ਸੋਚ ਸਕਦੇ ਹਾਂ। ਬਾਕੀ ਮੈਂ ਬੇਨਤੀ ਇਹੀ ਕਰਾਂਗਾ ਕਿ ਜਿਹੜਾ ਇਹ ਸਾਡਾ ਅੰਦੋਲਨ ਹੈ ਇਸੇ ਤਰ੍ਹਾਂ ਜਾਰੀ ਰਹੇਗਾ। ਇਹਦੀ ਫਾਰਮ ਅਸੀਂ ਬਦਲ ਸਕਦੇ ਹਾਂ, ਫਾਰਮਾਂ ਕੁਝ ਵੀ ਹੋ ਸਕਦੀਆਂ। ਇਸ ਵਾਸਤੇ ਜਿਹੜਾ ਅੰਦੋਲਨ ਜਦ ਤੱਕ ਸਾਰੇ ਕਿਸਾਨਾਂ ਦਾ ਜਾਂ ਸਾਰੇ ਦੇਸ਼ ਵਾਸੀਆਂ ਦਾ ਨਹੀਂ ਕੁਝ ਹੁੰਦਾ ਤਦ ਤੱਕ ਇਹ ਜਾਰੀ ਰਹੇਗਾ। ਮੁਕੇਸ਼ ਆਮ ਬਸ ਕੱਲੇ ਮੁਕੇਸ਼ ਨਹੀਂ ਬੋਲਣਾ, ਉਦੋਂ ਬਾਅਦ ਜਵਾਬ ਸਵਾਲ। सबसे पहले तो मीडिया वाले सभी साथियों का बहुत बहुत धन्यवाद, क्योंकि आप पहले दिन से हमारे साथ पूरी तरह इस आंदोलन में खड़े हैं। दूसरी बात यह है, मेरे साथियों ने काफ़ी बातें स्पष्ट कर दी। साथियों ये बात है अभी हम पूरी तरह तैयार है, अब सरकार कब हमें जहाँ से उठाना चाहती है वो देखने की बात है। जो लिखती रूप में जैसे प्रधान जी ने आज की मीटिंग ने या मेरे बाकी साथियों ने बताया, भाई अगर सरकार हमें जल्दी जो हमारी डिमांडें हमने एक खुली चिट्ठी लिख के उनको दी थी वो हमारी वो लिखती रूप में दे देती है तो हम भी पूरी तरह तैयार बैठे हैं। अगर हमको मीटिंग पहले भी करनी पड़ी तो हम पहले भी करेंगे। आपने देखा होगा सभी स्टेटों के साथी इस मुद्दे पे सीरियस है और रोज़ मीटिंगें हो रही है। अगर सरकार जल्दी कोई फैसला लेती है, हम 4 तारीख की जो SKM की मीटिंग है उसमें हम भी कोई बड़ा फैसला ले सकते हैं जी। धन्यवाद। ਸਵਾਲ ਸਰ ਕਰ ਲਓ। ਤੁਸੀਂ ਗੱਲ ਕੀਤੀ ਕਿ ਜਿਹੜਾ ਫਾਰਮੈਟ ਆ ਉਹ ਚੇਂਜ ਕੀਤਾ ਜਾ ਸਕਦਾ ਹੈ, ਕਿਸ ਤਰ੍ਹਾਂ ਦਾ ਹੋ ਸਕਦਾ ਫਾਰਮੈਟ? ਦੇਖੋ ਜਿਹੜਾ ਮੇਰਾ ਖਿਆਲ ਹੈ ਸਾਥੀ ਤੋਂ ਥੋੜੀ ਜਿਹੀ ਕਹੀ ਗਈ ਵੱਧਵੀਂ ਗੱਲ। ਮੇਰੀ ਬੇਨਤੀ ਹੈ ਪ੍ਰੈਸ ਨੂੰ, ਹਜੇ ਸਾਤੋਂ ਕੁਛ ਨਾ ਪੁੱਛੋ, ਅਸੀਂ ਜਿਹੜੀ ਗੱਲ ਆ ਦਿਲ ਵਾਲੀ ਗੱਲ ਦੱਸਦੀ। ਅਸੀਂ ਸਵਾਲ ਹੀ ਕੀਤਾ। ਆਹ ਸਵਾਲ ਵੀ ਠੀਕ ਹੈ, ਮੈਂ ਕਹਿੰਦਾ ਵੀ ਚਲੋ ਵੱਧਵੀਂ ਕਹੀ ਗਈ, ਜਿਹੜਾ ਹੈ ਮਤਲਬ ਅਸੀਂ ਦਿਲ ਦੀ ਗੱਲ ਦੱਸਦੀ, ਜਿਹੜੀ ਦਿਲ 'ਚ ਜਾਂ ਪੂਰੀ। ਸਰ ਖੇਤੀਬਾੜੀ ਮਿਨਿਸਟਰ ਨੇ ਕਿਹਾ ਅੱਜ ਲੋਕ ਸਭਾ ਦੇ ਵਿੱਚ ਕਿ ਕੋਈ ਰਿਕਾਰਡ ਨਹੀਂ ਹੈਗਾ ਜਿਨ੍ਹਾਂ ਕਿਸਾਨਾਂ ਦੀ ਡੈਥ ਹੋਈ ਐਜੂਕੇਸ਼ਨ ਦੌਰਾਨ, ਤੇ ਇਸ ਕਰਕੇ ਕੰਪਨਸੇਸ਼ਨ ਵੀ ਕੋਈ ਨਹੀਂ ਹੈਗਾ। ਤੁਸੀਂ ਕੀ ਰਿਐਕਟ ਕਰੋਗੇ? ਅਰਬਾਂ ਰੁਪਇਆ ਸਰਕਾਰ ਇੰਟੈਲੀਜੈਂਸ ਤੇ ਖਰਚਾ ਕਰਦੀ ਹੈ। ਇਹ ਸੰਯੁਕਤ ਮੋਰਚੇ ਦੀ ਲੀਡਰਸ਼ਿਪ ਕਿੱਥੇ ਰੋਟੀ ਖਾਂਦੀ ਹੈ, ਕਿੱਥੇ ਚਾਹ ਪੀਂਦੀ ਹੈ, ਤੇ ਸਾਰੇ ਮੋਰਚੇ ਬਾਰੇ ਇਹਨਾਂ ਦੀ ਇੰਟੈਲੀਜੈਂਸ ਦੱਸਦੀ ਹੈ। ਇੱਥੇ ਕਾਜੂ ਬਦਾਮ ਖਾਂਦੇ ਨੇ, ਇਹ ਲੀਡਰ ਹੋਟਲਾਂ 'ਚ ਵੱਡੇ ਹੋਟਲਾਂ 'ਚ ਪੈਂਦੇ ਨੇ, ਸਾਰੀਆਂ ਰਿਪੋਰਟਾਂ ਕਰਦੀ ਹੈ। ਅਰਬਾਂ ਰੁਪਇਆ ਖਰਚ ਕਰਕੇ ਜਿਹੜੀ ਮੈਂ ਤਾਂ ਹੁਣ ਨਕੰਮੀ ਸਰਕਾਰ ਕਹੂੰ, ਜਿਹੜੀ ਨਕੰਮੀ ਸਰਕਾਰ ਕੋਲੇ ਸਾਡੇ ਸ਼ਹੀਦ ਕਿਸਾਨਾਂ ਦੀ ਲਿਸਟ ਨਹੀਂ, ਐਦੋਂ ਨਕੰਮੀ ਸਰਕਾਰ ਕਿਹੜੀ ਹੋਊਗੀ? ਸਵੇਰੇ ਸਾਡੇ ਕੋਈ ਜੰਗ ਲੱਗ ਜੇ ਇਹ ਤਾਂ ਫੌਜੀਆਂ ਬਾਰੇ ਕਹਿ ਦੇਣਗੇ ਸਾਡੇ ਕੋਲ ਲਿਸਟ ਨਹੀਂ। ਸਭ ਕੁਛ ਇਹਨਾਂ ਕੋਲੇ, ਇਹਨਾਂ ਨੂੰ ਫਰਜ਼ ਬਣਦਾ ਹੈ ਆਪਦੀਆਂ ਇੰਟੈਲੀਜੈਂਸ ਪੁੱਛਣ ਵੀ ਕਿੰਨੇ ਕਿਸਾਨ ਸ਼ਹੀਦ ਹੋ ਗਏ, ਕਿੰਨੇ ਮਜ਼ਦੂਰ ਸ਼ਹੀਦ ਹੋ ਗਏ, ਲੇਡੀ ਸ਼ਹੀਦ ਹੋ ਗਈਆਂ, ਬੱਚੇ ਸ਼ਹੀਦ ਹੋ ਗਏ, ਜਿਹੜੇ ਰਹਿ ਗਏ ਸੋ ਸਾਨੂੰ ਕਹਿਣ ਸਾਡਾ ਦਿਲ ਜਿੱਤਣਾ ਵੀ ਸੰਯੁਕਤ ਮੋਰਚਾ। ਹੁਣ ਤੁਸੀਂ ਦੱਸੋ ਜੇ ਕੁਛ ਰਹਿ ਗਈ ਤੁਹਾਡੇ ਕੋਲੇ ਕੋਈ ਲਿਸਟ ਹੈ ਕਿ ਇੰਨੇ ਕਿਸਾਨ ਆ ਤੁਹਾਡੇ ਸਾਡੇ ਕੋਲ ਲਿਸਟ ਕੇਂਦਰ ਨੂੰ ਦਿੱਤੀ ਜਾਏਗੀ? ਦੇਖੋ ਮੇਰੀ ਗੱਲ ਸੁਣੋ, ਸਾਡੇ ਕੋਲੇ ਸਾਰਾ ਕੁਛ ਹੈ, ਪਰ ਸਰਕਾਰ ਸਾਨੂੰ ਕਿਉਂ ਤੰਗ ਕਰਦੀ ਹੈ? ਸਰਕਾਰ ਕਾਹਦੀ ਤਨਖਾਹ ਦਿੰਦੀ ਹੈ ਅਫਸਰਾਂ ਨੂੰ? ਦੇਸ਼ ਦੇ ਵਿੱਚ ਕੀ ਹੋ ਰਿਹਾ ਹੈ ਉਹਦੀ ਜ਼ਿੰਮੇਵਾਰੀ ਨਹੀਂ ਬਣਦੀ। ਜਿਹੜੀ ਸਰਕਾਰ ਕੋਲੇ ਮਰਨ ਜੰਮਣ ਦੀ ਲਿਸਟ ਨਹੀਂ ਹੈਗੀ, ਐਦੋਂ ਨਕੰਮੀ ਸਰਕਾਰ ਕੀ ਹੋਊਗੀ? ਅੱਜ ਤੁਸੀਂ ਜਿਹੜੀ ਮੀਟਿੰਗ ਸੀ ਪੈਸੇ ਦੇ ਹਿਸਾਬ ਕਿਤਾਬ ਨੂੰ ਲੈ ਕੇ ਮੀਟਿੰਗ ਸੀ, ਕਿੰਨਾ ਖਰਚਾ ਹੋਇਆ, ਕਿੰਨੇ ਪੈਸੇ ਆਏ ਆ, ਤਾਂ ਉਸ ਦਾ ਜਿਹੜਾ ਰਿਕਾਰਡ ਹੈ ਕਿ ਮੀਡੀਆ ਦੇ ਜ਼ਰੀਏ ਸਾਹਮਣੇ ਰੱਖਿਆ ਜਾਏਗਾ ਜਾਂ ਕੀ ਫਾਰਮੈਟ ਰੱਖਿਆ ਜਾਏਗਾ? ਬਿਲਕੁਲ ਰੱਖਾਂਗੇ, ਉਹਨੂੰ ਸਾਨੂੰ ਥੋੜਾ ਸਿਰੇ ਚੜਾ ਲੈਣ ਦਿਓ। ਵੱਡਾ ਕੰਮ ਹੈ, ਸਾਲ ਅੰਦੋਲਨ ਚੱਲਿਆ, ਰੁਪਈਆ ਵੀ ਚੰਗਾ ਆਇਆ, ਕੋਈ ਇਹੋ ਜਿਹੀ ਗੱਲ ਨਹੀਂ, ਉਹ ਅਸੀਂ ਮਤਲਬ ਸਾਰਾ ਕੁਝ ਰੱਖਾਂਗੇ। ਇਹ ਚੰਗਾ ਆਇਆ ਜੀ। ਇਹਦਾ ਮੇਰੇ ਨਾਲ ਸਵਾਲ ਲੈ ਲਿਓ ਜੀ। ਤੁਸੀਂ 2-2 ਲੱਖ ਰੁਪਏ ਦਾ ਐਲਾਨ ਕੀਤਾ ਸੀ, ਜਿਹੜੇ ਜਾਨਾਂ ਕਈਆਂ ਜਿਨ੍ਹਾਂ ਦੀਆਂ ਦੇਣ ਦੀ, ਤਾਂ ਉਹਨਾਂ ਚ ਕਿੰਨਿਆਂ ਨੂੰ ਦੇ ਤੇ ਕਿੰਨੇ ਰਹਿ ਗਏ ਤੇ ਕਦੋਂ ਤੱਕ ਪੂਰਾ ਕਰ ਲਓਗੇ ਜੀ? ਮੇਰਾ ਖਿਆਲ ਹੈ ਕਿਸੇ ਮੈਂ ਮੀਟਿੰਗ 'ਚ ਹੈ ਹੀ ਨਹੀਂ ਸੀ, ਉੱਥੇ ਸਾਡੇ ਸਾਥੀਆਂ ਨੇ ਗੱਲ ਪਾਸ ਕਰ ਲਈ ਵੀ ਅਸੀਂ ਰੁਪਈਏ ਦੇ ਕੇ ਆਵਾਂਗੇ। ਸੁਣ ਲਓ ਤੁਹਾਡੀ ਪ੍ਰੈਸ ਕਾਨਫਰੰਸ ਨੂੰ ਵੀ ਕਹਤਾ ਕੁਦਰਤ ਉਹ ਇੱਕ ਅਗਲੀ ਮੀਟਿੰਗ 'ਚ ਮੈਂ ਇੱਥੇ ਬੈਠਾ ਸੀਗਾ, ਤੁਹਾਡੇ ਇਸੇ ਸਾਥੀ ਨੇ ਇੱਕ ਸਵਾਲ ਕੀਤਾ ਵੀ ਤੁਸੀਂ ਪੈਸੇ ਕਿੰਨੇ ਦੇਤੇ? ਮੈਂ ਕਿਹਾ ਵੀ ਇਸ ਤਾਂ ਕੁਝ ਕਿਹਾ ਨਹੀਂ, ਤੁਸੀਂ ਕਿਹਾ ਪ੍ਰੈਸ ਕਾਨਫਰੰਸ ਹੋਈ ਹੈ। ਫਿਰ ਮੈਂ ਇੱਕੋ ਹੀ ਜਵਾਬ ਦਿੱਤਾ ਸੀ ਵੀ 3 ਚੀਜ਼ਾਂ ਨਾਲ ਲੜਾਈ ਜਿੱਤੀ ਜਾਂਦੀ ਹੁੰਦੀ ਹੈ, ਇਕੱਠ, ਪੈਸਾ ਤੇ ਰਾਸ਼ਨ। ਬੇਨਤੀ ਕਰਦੇ ਆ ਜਿਹੜੇ ਪੈਸੇ ਸਾਡੇ ਕੋਲੇ ਬਚੇ ਉਹ ਪੈਸੇ ਉਹਨਾਂ ਲੋਕਾਂ ਦੀ ਨੇ, ਸੰਯੁਕਤ ਮੋਰਚੇ ਨੇ ਫੈਸਲਾ ਕਰਨਾ ਹੈ ਕਿਹੜੇ ਤਰੀਕੇ ਨਾਲ ਉਹਨਾਂ ਨੂੰ ਵੰਡਣਾ ਹੈ, ਕਿਵੇਂ ਕਰਨਾ ਹੈ। ਮੇਰਾ ਖਿਆਲ ਹੈ ਖਰਚਾ ਵੱਡੀ ਪੱਧਰ ਤੇ ਹੋ ਗਿਆ, ਠੀਕ ਹੈ, ਅੰਦੋਲਨ ਸਿਰੇ ਲੱਗ ਗਿਆ। ਥੋੜੀ ਦੇਰ ਪਹਿਲੇ ਉਹਨਾਂ ਨੇ ਪ੍ਰਧਾਨ ਜੀ ਬਚ ਗਏ ਨਹੀਂ ਗਿਆ ਫੰਡਸ ਆਏ ਨੇ। ਮੇਰਾ ਕਹਿਣ ਦਾ ਬਹੁਤ ਜ਼ਿਆਦਾ ਫੰਡ ਆਇਆ, ਖਰਚਾ ਵੀ ਬਹੁਤ ਜ਼ਿਆਦਾ, ਮੈਂ ਇਹ ਗੱਲ ਕਹੀ ਹੈ। ਮਾਨਸਾ ਜੀ ਕਦੋਂ ਤੱਕ ਜਿਹੜਾ 2-2 ਲੱਖ ਰੁਪਇਆ ਸੰਯੁਕਤ ਕਿਸਾਨ ਮੋਰਚਾ ਦੇ ਦੂਗਾ ਜੀ? ਸ਼ਹੀਦਾਂ ਨੂੰ ਦਿਓਗੇ ਕਿ ਨਹੀਂ? ਨਹੀਂ, ਉਹ ਅਸੀਂ ਇਹ ਕਿਹਾ ਸੀਗਾ ਜਿੰਦੇ ਸਾਡੇ ਕੋਲੇ ਪੈਸੇ ਬਚ ਗਏ ਉਹ ਵੰਡਾਂਗੇ। ਸੈਂਟਰ ਸਰਕਾਰ ਤੋਂ ਮੰਗ ਰਹੇ ਨਹੀਂ, ਜਿਹੜਾ ਅਸੀਂ ਮੇਰੀ ਗੱਲ ਸੁਣੋ, ਅਸੀਂ ਦਬਾਅ ਪਾ ਰਹੇ ਹਾਂ ਪੰਜਾਬ ਸਟੇਟ ਸਰਕਾਰਾਂ ਤੇ
ਵੀ ਉਹ ਮੁਆਵਜ਼ਾ ਦੇਣ। ਉਦੋਂ ਇਹ ਗੱਲ ਕਹਿੰਦੇ ਅਸੀਂ ਮੇਰੀ ਗੱਲ ਸੁਣ ਲਓ। ਇਹ ਪਰ ਜਦੋਂ ਦੀ ਤੁਸੀਂ ਗੱਲ ਕਰਦੇ ਜੀ, ਸਵਾਲ ਪੁੱਛਦੇ ਆ, ਇਹ 14 ਦਸੰਬਰ ਦੀ ਗੱਲ ਹੋ ਰਹੀ ਆ। ਤੁਸੀਂ ਇਹ ਦੇਖੋ ਵੀ ਅਗਲਾ 14 ਦਸੰਬਰ ਮੂਹਰੇ ਖੜਾ ਆ, ਉਹਦੇ ਵਿੱਚ 1 ਸਾਲ ਅੰਦੋਲਨ, ਉਦੋਂ ਇਹ ਨਹੀਂ ਸੀ ਆਸ ਸੀਗੀ ਵੀ ਅੰਦੋਲਨ ਇੰਨਾ ਲੰਬਾ ਇਹ ਸਰਕਾਰ ਚਲਾਊਗੀ। ਇਹ ਨਹੀਂ ਸਾਨੂੰ 1 ਸਾਲ ਇੱਥੇ ਬਿਠਾਉਣਾ ਆ, ਤੇ ਨਾ ਹੀ ਸਾਨੂੰ ਇਹ ਸੀ ਵੀ ਸਾਡੇ ਇੰਨੇ ਸਾਥੀ ਜਿਹੜਾ ਸਾਡਾ ਸਾਥ ਛੱਡ ਜਾਣਗੇ। ਉਹ ਗਿਣਤੀ ਬਹੁਤ ਵੱਡੇ ਪੱਧਰ ਤੇ ਵੱਧ ਗਈ, ਉਹਦੇ ਤੇ ਅੰਦੋਲਨ ਦਾ ਖਰਚਾ ਵੀ ਬਹੁਤ ਹੋ ਗਿਆ। ਅਜੇ ਵੀ ਸਾਡੀ ਜਿਹੜੀ ਅਸੀਂ ਪ੍ਰੈਸ ਕਾਨਫਰੰਸ ਰੋਜ਼ ਕਰਦੇ ਮੀਟਿੰਗਾਂ, ਅਜੇ ਵੀ ਸਾਨੂੰ ਪੂਰੀ ਜਿਹੜੀ ਸਾਡੀ ਇਹ ਅੰਦੋਲਨ ਨੂੰ ਜਿਹੜਾ ਅਸੀਂ ਪੋਸਟਪੋਨ ਕਰਨਾ, ਉਹਦੀ ਡੇਟ ਸਾਡੇ ਕੋਲ ਹੈ ਨਹੀਂਗੀ। ਮੇਰੇ ਕਿੰਨੇ ਦਿਨ ਸਰਕਾਰ ਸਾਨੂੰ ਹੋਰ ਬਿਠਾਉਂਦੀ ਆ। ਸਰਕਾਰ ਲਗਾਤਾਰ ਕਹਿ ਰਹੇ ਕਿ ਸਰਕਾਰ ਮੁਆਵਜ਼ੇ ਤੋਂ ਭੱਜ ਰਹੀ ਹੈ, ਲਗਾਤਾਰ ਸਰਕਾਰ ਤੇ ਇਲਜ਼ਾਮ ਤਰਾਸ਼ੀਆਂ ਕਰ ਰਹੇ ਹੋ, ਪਰ ਤੁਸੀਂ ਵੀ ਤਾਂ ਬਹੁਤ ਵੱਡਾ ਵਾਅਦਾ ਸੋਚ ਸਮਝ ਕੇ ਉਦੋਂ ਕੀਤਾ ਕਿ 26 ਨਵੰਬਰ ਤੋਂ 14 ਦਸੰਬਰ 2020 ਤੱਕ ਵਾਲਿਆਂ ਨੂੰ ਦੇਤਾ ਸੀ 2-2 ਲੱਖ ਰੁਪਏ ਜੀ। ਨਹੀਂ। ਉਦੋਂ ਤੱਕ 19 ਕਿਸਾਨ ਸ਼ਹੀਦ ਹੋ ਗਏ ਸੀ। ਨਹੀਂ ਦਿੱਤਾ ਜੀ, ਕੋਈ ਉਹ ਕਹੀਏ ਕੁਛ ਕਿਸਾਨਾਂ ਨੂੰ ਮੇਰਾ ਖਿਆਲ ਦੇ ਕੇ ਵੀ ਇਹਨੇ ਥੋੜੇ ਘਣੇ ਪੈਸੇ, ਬਸ ਸਾਰਿਆਂ ਨੂੰ ਨਹੀਂ ਦਿੱਤਾ। ਗੱਲ ਕਹਿਣਾ ਵੀ ਇਹਨਾਂ ਦੇ ਲਾਭ ਤੇ ਸਾਰਾ ਟ੍ਰੀਟਮੈਂਟ ਤੇ ਜਿਹੜਾ ਲਾਇਆ ਸੀ ਸਾਰਾ ਕੁਝ ਜਿੰਨਾ ਵੀ ਹੋਇਆ। ਇੱਕ ਜਿਹੜੇ ਐਕਸੀਡੈਂਟ ਹੋ ਗਏ ਸੀਗੇ, ਇਲਾਜ ਦਾ ਅਸੀਂ ਵਾਹਵਾ ਪੈਸਾ ਦਿੱਤਾ ਤੇ ਕੁਛ ਰਹਿੰਦਾ ਹੈ ਮੈਡੀਕਲ ਦਾ। ਸਾਡੀ ਇੱਕ ਜ਼ਰੂਰ ਸਲਾਹ ਹੈ, ਸ਼ਹੀਦਾਂ ਨੂੰ ਤਾਂ ਦਵਾਵਾਂਗੇ ਜ਼ੋਰ ਤਾਂ ਆਪਾਂ ਕਿ ਸਰਕਾਰ ਤੋਂ, ਦੋਨਾਂ ਸਰਕਾਰਾਂ ਤੋਂ ਜ਼ੋਰ ਲਾਵਾਂਗੇ ਉਹਦਾ ਸਾਰਾ। ਜਿੰਨਾ ਮੈਡੀਕਲ ਦੇ ਪੈਸੇ ਸਾਡੇ ਬਿੱਲ ਖੜੇ ਨੇ, ਅਸੀਂ ਰੋਕ ਤੇ ਜੋ ਸਾਨੂੰ ਪਤਾ ਲੱਗੇ ਪੈਸਾ ਘਟੂਗਾ, ਉਹ ਮੈਡੀਕਲ ਬਿੱਲ ਅਸੀਂ ਰੋਕੇ ਹੋਏ ਨੇ। ਸਾਡੀ ਸਲਾਹ ਪਹਿਲਾਂ ਅਸੀਂ ਮੈਡੀਕਲ ਵਾਲਾ ਬਿੱਲਾਂ ਦਾ ਨਿਪਟਾਰਾ ਕਰਾਂਗੇ। ਜੋ ਜਾਣਕਾਰੀ ਹੈ ਕਿ ਕੁਝ ਕਿਸਾਨ ਜਥੇਬੰਦੀਆਂ ਨੇ ਸੰਯੁਕਤ ਕਿਸਾਨ ਮੋਰਚਾ ਆਏ ਫੰਡ ਚੋਂ ਆਪਣੇ ਟੈਂਟ ਵੀ ਬਣਵਾਏ, ਗੱਡੀਆਂ ਦਾ ਖਰਚਾ ਵੀ ਲਿਆ, ਜੋ ਐਕਸੀਡੈਂਟ ਹੋ ਗਏ ਕਿ ਉਹਨਾਂ ਦਾ ਖਰਚਾ ਭਰਪਾਈ ਉਹ ਚ ਰੱਖੋਗੇ ਤੁਸੀਂ ਜੀ? ਉਹ ਅੱਜ ਸੀ ਉਹ ਖਰਚੇ ਆਪਣਾ ਟੈਂਟ ਬਣਾਉਣ ਚ ਸੰਯੁਕਤ ਕਿਸਾਨ ਮੋਰਚੇ ਤੋਂ ਪੈਸਾ ਲੈ ਲਈ। ਸੁਣੋ, ਖਰਚੇ ਸਾਡੇ ਸਾਰੇ ਵਾਜਬ ਸੀ, ਪਰ ਜਿੱਦੇ ਅਸੀਂ ਇੱਥੇ ਆ ਕੇ ਬੈਠੇ ਸੀ ਮੋਰਚੇ ਦਾ ਉਹ ਹਾਲਾਤ ਸੀ ਜਿਵੇਂ ਪਾਕਿਸਤਾਨ ਨਾਲ ਜੰਗ ਲੱਗਣੀ ਹੋਵੇ। ਸਾਨੂੰ ਐ ਜੀ ਕਦੋਂ ਹਮਲਾ ਹੋ ਜੇ, ਉਦੋਂ ਨਾ ਇੱਥੇ ਸਪੀਕਰ ਵਾਲਾ ਖੜਦਾ ਸੀ, ਨਾ ਤੰਬੂ ਵਾਲਾ ਖੜਦਾ ਸੀ। ਅਸੀਂ ਆਪਦੇ ਕੋਲੋਂ ਮੰਗੇ, ਇਹ ਨਹੀਂ ਆਪੇ ਕੋਈ ਲੋਕ ਲੈ ਗਏ। ਸੰਯੁਕਤ ਮੋਰਚੇ ਨੇ ਸੋਚਿਆ ਵੀ ਕੁਛ ਨਾ ਕੁਛ ਤਰਪਾਲਾਂ ਲਿਆ ਕੇ ਦੇ ਦਿਓ, ਫਰਜ਼ੀ ਬਣਦਾ ਸਾਡਾ ਜੋ ਪੈਸਾ ਸਾਡੇ ਕੋਲ ਲਿਆ ਕੇ ਦਿੱਤੀਆਂ ਨੇਗੀਆਂ। ਮੇਰਾ ਕਹਿਣ ਦਾ ਮਤਲਬ ਉਦੋਂ ਬਾਅਦ ਅਸੀਂ ਸਾਰੀ ਸਥਿਤੀ ਕੰਟਰੋਲ 'ਚ ਕਰ ਲਈ। ਪਰ ਜੇਕਰ ਕੋਈ ਬਿਲਕੁਲ ਨਹੀਂ ਦੱਸ ਸਕਦੇ, ਸਾਨੂੰ ਨਹੀਂ ਪਤਾ। ਜਦੋਂ ਲਿਖਤੀ ਆ ਜਾਊਗਾ ਸਰਕਾਰ ਦਾ, ਜਦੋਂ ਸਰਕਾਰ ਕੋ ਦੇ ਦੂ। ਕੁਝ ਸੰਗਠਨ ਕਹਿ ਰਹੇ ਕਹਿੰਦੇ ਬੱਤੀਆਂ ਦਾ ਇੱਕ ਸਾਂਝਾ ਮੋਰਚਾ ਬਣਾਇਆ ਜਾਏਗਾ, ਪੰਜਾਬ ਦੇ ਵਿੱਚ ਇਲੈਕਸ਼ਨ ਦੀ ਤਿਆਰੀ ਕੀਤੀ ਜਾ ਰਹੀ ਹੈ। ਨਹੀਂ, ਬਿਲਕੁਲ ਨਹੀਂ, ਬਿਲਕੁਲ ਨਹੀਂ। ਜਿੰਨਾ ਚਿਰ ਇੱਥੋਂ ਕੜਾ ਨਹੀਂ ਜੁੜਦਾ, ਝਾਕਦੇ ਵੀ ਨਹੀਂ, ਜਿਵੇਂ ਕੱਟਾ ਮੈਂ ਕਿ ਨਹੀਂ ਨਾ ਜਾਂਦਾ ਹੁੰਦਾ, ਪੂਛ ਮਾਰਦੇ ਜਮਾ ਨਹੀਂ ਜਾਂਦੇ। क्या चाहते हैं बोलो तो आपसे चलाया जाना चाहिए और वहाँ पे सरकार के खिलाफ काम करना चाहिए। तो क्या अभी कुछ किसानों के जाने की जो बात है वो सही है क्या? भोग जवाब दे देंगे, दे देंगे। देखिए ये बात है, जब हम जहाँ आए थे तो वहाँ भी इस आंदोलन के दौरान भी हमारे खिलाफ प्रचार चलता रहा कि ये बुढ़ी लीडरशिप है, इसकी टांगे काम नहीं करती, इनकी सोच नहीं अच्छी है, ये नहीं है, वो नहीं है, कितना ब्लेम किया गया हमारे पे। तो ये वो लोगों की हार होगी। हम बुढ़ी लीडरशिप के लाते भी काम करने लगी, दिमाग भी काम करने लगा, हमने आंदोलन जीत लिया, ठीक है। अब वो नौजवाने की लाते कांपने लगी है और जबान कांपने लगी है, वो ऐसा कहने लगे हैं। कोई ट्रैक्टर नहीं गया, कोई ट्राली नहीं गया, कुछ नहीं गया, जो खड़ा है वहीं खड़ा है। और आए हैं, अभी और आए हैं, जो बुआई करने के लिए बुआई करने के लिए थे, और आए हैं और आ रहे हैं। मगर आपको वही बात सुनाई देती है जो हमारे प्रापोगंडा में आती है। मगर मैं आपको बेनती करना चाहता हूं कि आप ऐसा प्रापोगंडे के बीच में ना आए और ना हमें ऐसी शाबाशी दें। तो हम आपके लिए तीसरे कानून अपने स्पैशली साढ़े साथियों ਲਈ ਸੀ ਜਿਨ੍ਹਾਂ ਨੇ ਕੰਜ਼ਿਊਮ ਕਰਨਾ ਸੀ, ਕੰਜ਼ਿਊਮਰ ਦੀ ਬਹੁਤ ਵੱਡੀ ਜਿੱਤ ਹੋਈ ਹੈ। तो ਸਾਨੂੰ शाबाशी देनी चाहिए कि ਤੁਹਾਡੇ ਖਾਣੇ ਪਾਣੀ ਦਾ ਪ੍ਰਬੰਧ ਅਸੀਂ ਕਰਕੇ ਉਸੇ ਤਰ੍ਹਾਂ ਬਾਗੇ ਜੋ ਫਰੀ ਮਿਲੂਗਾ, ਸਸਤਾ ਮਿਲੂਗਾ। ਤੇ ਜੇ ਕਾਨੂੰਨ ਲਾਗੂ ਹੋ ਜਾਂਦੇ, ਮੇਰੇ ਖਿਆਲ ਵਿੱਚ ਅਸੀਂ ਤਾਂ ਭੁੱਖੇ ਨਹੀਂ ਮਰਨਾ ਸੀ, ਸ਼ਹਿਰਾਂ वालों ने भुखे मर जाना। धन्यवाद। सवाल है, एक साथ से हम आपकी प्रेस कॉन्फ्रेंस अटेंड करते आए हैं, कभी भी मीटिंग के बाद ऐसा नहीं हुआ कि जितने भी लोग निकले हों उनके दो वर्जन मीटिंग कह देंगे वही बात मानिए, सुन लो। ਅਸੀਂ ਪ੍ਰੈਸ ਨਾਲ ਇੱਕ ਵਾਅਦਾ ਕਰਿਆ ਸੀਗਾ ਵੀ ਜਾਂ ਮੰਗਾ ਮਨਾ ਕੇ ਜਾਵਾਂਗੇ ਜਾਂ ਸਾਡੀਆਂ ਡੈੱਡ ਬੋਡੀਆਂ ਜਾਣਗੀਆਂ। ਅਸੀਂ ਮੰਗਾ ਮਨਾਤੀਆਂ। देखो मेरी गल सुनो, नहीं मेरी बात नहीं, मेरी बात तो सुन लो ना।
ਸਾਰੀਆਂ ਮੰਗਾਂ ਨਹੀਂ ਮੰਨੀਆਂ ਗਈਆਂ। ਮੈਂ ਕਹਿੰਦਾ ਤਿੰਨੇ ਕਾਨੂੰਨ, ਬਿਜਲੀ ਐਕਟ, ਪਰਾਲੀ ਐਕਟ, ਅਸੀਂ ਸਾਰੇ ਉਹਨੂੰ 100% ਮੰਨਦੇ ਵੀ ਉਸ ਅਸੀਂ ਜਿੱਤ ਗਏ। ਮੇਰੀ ਗੱਲ, ਦੂਜੀਆਂ ਮੰਗਾਂ ਹੈਗੀਆਂ, ਅਸੀਂ ਉਹ कहिए भी वो तो अच्छे जितते ही नहीं। लेकिन दूसरी मांगों के लिए आप यहाँ पे नहीं आए। मतलब जी देख ले लिए, मैं जानना चाहता हूँ क्योंकि देश ही जानना चाहता है आप लोग से। आप लोग इसके पे हर कोई इसी की निगाहें आप लोग में है कि क्या संयुक्त किसान मोर्चा ने इस बात का निर्णय ले लिया है? नहीं, दीदी जवाब दो दिन बाद यहाँ से 2 दिन 4 दिन 10 दिन बाद अपने वापस जाएंगे। हेलो, क्या एक मिनट चुप सुन दो यार, सुन दो एक मिनट। हाँ बोलो सर, ये हम जानना चाहते हैं क्योंकि एसकेएम की मीटिंग के बाद से 2 टाइप की ओपिनियन आते हैं, पहले ऐसे नहीं आते थे। क्या संयुक्त किसान मोर्चा अब निर्णय ले लिया है कि वो धरना स्थलों से अब अपने की ओर वापस जाएगा? अभी बिल्कुल कोई ऐसा फैसला नहीं हुआ है। संयुक्त किसान मोर्चे की कोई दो ओपिनियन नहीं है। मैंने पहले यही बात रखी है। मीडिया का एक हिस्सा है जो अफवाहें फैला रहा है और का केला रह गया, वो केला रह गया, दूसरे जा रहे हैं। ये एक में सुनो पंजाब को बदनाम करने की साजिश है। पंजाबी लोगों का रोल है, मोरी रोल है, फैसले भी करते हैं, भले वो मोर्चे में उनकी ज़्यादा मांगी मानी जाती हो, लेकिन ऐसी बात नहीं है। मोर्चा संयुक्त रूप में फैसला लेता है। जाने का, रहने का जो फैसला होगा वो संयुक्त मोर्चा लेगा। ऐसी कोई बात नहीं, जब हमारी मांगी मानी जाएगी। मैं जैना के सवाल का जवाब देता हूँ अच्छी तरह। जॉर्डन जवाब दी। मैंने जे प्रेस वाले ने मुझसे सवाल पूछा था, ये हमारे पास कॉपी है जो हमारे मीटिंग की कार्रवाई लिखते हैं, दिफाफ जी भी लिखी हुई है, उसको फोटो कॉपी दी थी। उसमें लिखा हुआ है कि जब जाएंगे हम सारे इकट्ठे जाएंगे, एक साथ जाएंगे, एक साथ फैसले लेंगे। क्योंकि वो आपके पास फोटो है, वो फोटो ले लेना। नाले उनको पूछा था कि आप पंजाबी जानते हैं, तो इससे ज़्यादा क्या हो सकता है? जो जहाँ प्रेस पे बोला जाता है वो भी हम फैसला लेके आते हैं कि क्या बोला जाएगा। आप लोगों ने परसों की मीटिंग के बाद जो आज 40 किसान संगठनों की बैठक बुलाई थी, वो बैठक आप लोग क्यों नहीं करवा पाए? ये बहाना मत बताइए। वो ऐसा चंडीगढ़ में मीटिंग थी, चंडीगढ़ में आज कोई मीटिंग नहीं। वो ऐसा है कि उन्होंने रखी थी, उन्होंने मीटिंग रखी थी, उसमें कंफ्यूज हो गया। कंफ्यूज होने के कारण हमें वो छोड़ना पड़ा। कंफ्यूजन की वजह क्या थी? वो वजह थी कि खट्टर जी ने मीटिंग बुलाई है, कि खट्टर जी ने मीटिंग बुलाई है। सो साथियों धन्यवाद। हाँ जी, डिनाई कर रहे हो कि हमारे कोई आधिकारिक तौर पर सद्दा नहीं है। आप बोल रहे हो कि ਜਾਰੀ ਕੀਤਾ ਕਿ ਹਰਿਆਣਾ ਸਰਕਾਰ ਵੱਲੋਂ ਕੋਈ ਵੀ ਸੁਨੇਹਾ ਨਹੀਂ ਆਇਆ ਗੱਲਬਾਤ ਲਈ। ਦੂਜੇ ਪਾਸੇ ਤੁਸੀਂ ਕਹਿ ਰਹੇ ਹੋ ਕਿ ਹਰਿਆਣਾ ਸਰਕਾਰ ਨੇ ਸੱਦਾ ਦਿੱਤਾ ਸੀ। ਸੰਯੁਕਤ ਕਿਸਾਨ ਮੋਰਚੇ ਦਾ ਪ੍ਰੈਸ ਨੋਟ ਹੈ ਜੀ। ਇੱਕ ਮਿੰਟ ਜੀ, ਜਿਹੜਾ ਆਫੀਸ਼ੀਅਲੀ ਸੱਦਾ ਹੁੰਦਾ ਆ ਉਹ ਰਿਟਨ ਦੇ ਵਿੱਚ, ਜਿੱਦਾਂ ਪਹਿਲਾਂ ਪ੍ਰਧਾਨ ਜੀ ਨੇ ਕਿਹਾ, ਬਾਈ ਉਹ ਰਿਟਨ ਦੇ ਵਿੱਚ ਆਵੇ। ਹਰਿਆਣੇ ਵਾਲੇ ਸਾਥੀਆਂ ਨੇ ਥੋੜਾ ਇਸ ਚੀਜ਼ ਦਾ ਸੀਗਾ ਵੀ ਸਾਡੇ ਬਹੁਤ ਸੰਗਠਨ ਆ, ਉਹਨਾਂ ਨੂੰ ਮੋਬਾਈਲ ਰਾਹੀਂ ਇਹ ਸੱਦਾ ਆਇਆ, ਕੋਈ ਰਿਟਨ ਦੇ ਵਿੱਚ ਸੱਦਾ ਨਹੀਂ ਆਇਆ। ਉਹ ਗੱਲ ਜਿਹੜੀ ਆ ਸ਼ਾਮ ਨੂੰ ਹੋਈ ਆ, ਪਰ ਉਹ ਮੀਟਿੰਗ ਜਿਹੜੀ ਪੋਸਟਪੋਨ ਪਹਿਲਾਂ ਕਰ ਦਿੱਤੀ ਸੀ। ਸ਼ਾਇਦ ਜਿਹੜੇ ਹਰਿਆਣੇ ਦੇ ਸਾਥੀ ਉਧਰ ਚਲੇ ਗਏ ਤਾਂ ਪ੍ਰੋਪਰ ਮੀਟਿੰਗ ਨਾ ਹੋਵੇ, ਕਿਉਂਕਿ ਅੰਦੋਲਨ ਜਿਸ ਪੀਕ ਤੇ ਖੜਾ ਆ, ਐਸਕੇਐਮ ਨੇ ਬਹੁਤ ਵੱਡਾ ਫੈਸਲਾ ਲੈਣਾ ਹੈ ਪੂਰਾ ਦੇਸ਼ ਦੇ। ਸੁਨੇਹਾ ਆਇਆ ਸੀ ਜੀ ਜਦੋਂ ਗਏ ਸੀਗੇ ਦਸੰਬਰ 12-13 ਦੀ ਗੱਲ ਆ, ਉਦੋਂ ਵੀ ਕੋਈ ਅਧਿਕਾਰੀ ਸੱਦਾ ਨਹੀਂ ਆਇਆ ਸੀ। ਦੇਖੋ ਉਹ ਵੀ ਅਸੀਂ ਆਪਸ਼ਨਲੀ ਗਏ ਸੀ। ਜੇ ਉੱਥੇ ਥੋੜੇ ਸਾਥੀਆਂ ਦੀ ਮੀਟਿੰਗ ਆਈ ਸੀ, ਇੱਥੇ ਅਸੀਂ ਬੈਠ ਕੇ ਸਾਰੀਆਂ ਸਟੇਟਾਂ ਦੇ ਵਿੱਚੋਂ ਲੈ ਕੇ 13 ਆਪਣੇ ਨੁਮਾਇੰਦੇ ਐਸਕੇਐਮ ਨੇ ਚੁਣ ਕੇ ਭੇਜੇ ਸੀ। ਪੂਰੀ ਸਲਾਹ ਦੇ ਨਾਲ ਉਹ ਵੀ ਮੀਟਿੰਗ ਹੋਈ ਸੀ, ਕੋਈ ਉਹ ਚੋਰੀ ਮੀਟਿੰਗ ਨਹੀਂ ਹੋਈ ਸੀ। ਉਹਨੂੰ ਅਸੀਂ ਆਪਸ਼ਨਲੀ ਮੀਟਿੰਗ ਕਹਿ ਸਕਦੇ ਹਾਂ ਜੀ। 3 ਤਰੀਕ ਦੀ ਮੀਟਿੰਗ ਦੇ ਕੀ ਏਜੰਡੇ ਆ? ਬਾਰ-ਬਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਬੈਕ ਟੂ ਬੈਕ। 3 ਤਰੀਕ ਦੀ ਮੀਟਿੰਗ ਦਾ ਕੀ ਏਜੰਡਾ ਰਹਿਣ ਵਾਲਾ? ਦੇਖੋ, ਜਿੱਥੇ ਅੰਦੋਲਨ ਖੜਾ ਆ, ਜਿੱਦਾਂ ਅਸੀਂ ਮਾਨਸਾ ਸਾਹਿਬ ਨੇ ਪਹਿਲਾਂ ਦੱਸਿਆ, ਅਸੀਂ ਮੰਗਾਂ ਆਪਣੀਆਂ ਰੱਖੀਆਂ ਆ। ਰੋਜ਼ ਕੋਈ ਨਾ ਕੋਈ ਮੰਗ ਤੇ ਜਿਹੜਾ ਸਰਕਾਰ ਬਿਆਨ ਦੇ ਰਹੀ ਆ, ਤੇ ਐਸਕੇਐਮ ਵੀ ਉਸ ਹਿਸਾਬ ਨਾਲ ਅਗਲੀਆਂ ਮੀਟਿੰਗਾਂ ਕਰਕੇ ਉੱਤੇ ਫੈਸਲਾ ਲੈ ਰਿਹਾ, ਅਗਲੀ ਰਣਨੀਤੀ ਬਣਾ ਰਿਹਾ। ਮੋਰਚਾ ਅਗਲੇ 20 ਦਿਨ ਟਿਕਿਆ ਹੋਇਆ, 20 ਦਿਨ ਇੱਥੇ ਰਹੇਗਾ। ਇਹ ਸਰਕਾਰ ਤੇ ਡਿਪੈਂਡ ਹੈ ਜੀ। ਸ਼ਾਇਦ ਸਾਨੂੰ ਕੱਲ ਨੂੰ ਠਾਲ ਦੇਵੇ, ਕੱਲ ਨੂੰ ਸਾਡੀਆਂ ਮੰਗਾਂ ਮੰਨ ਲਵੇ। ਜੇ ਮੰਨਦੀਆਂ ਤਾਂ ਫਿਰ ਅਸੀਂ ਬੈਠ ਕੇ ਕੀ ਕਰਨਾ? ਨਹੀਂ, ਇਹ ਜ਼ਰੂਰੀ ਨਹੀਂ ਜੀ। ਸਾਡੀ ਕੋਈ ਬੈਠਣਾ ਮਨਸ਼ਾ ਨਹੀਂ। ਸਾਡੀਆਂ ਜਿਹੜੀਆਂ ਮੰਗਾਂ ਪੂਰੀਆਂ ਹੋ ਜਾਣ ਸਾਡੀਆਂ, ਉਹੋ ਹੀ ਸਾਡੀ ਮਨਸ਼ਾ ਆ, ਉਹੋ ਹੀ ਐਸਕੇਐਮ ਦੀ ਆਵਾਜ਼ ਆ। मुख्यमंत्री अगर आज घोषणा करते थे कि वे बच्चे वापस ले रहे हैं, तो क्या आज ये आंदोलन समाप्त हो जाएगा? नहीं, अभी प्रोसेस में तो आए, कोई लिखती में आए। चलो ਸਾਰੀਆਂ ਮੰਗਾਂ ਵੀ ਜਦੋਂ ਮੰਨ ਗਏ, ਉਦੋਂ ਵੀ 5 ਮੀਟਿੰਗਾਂ ਕਰਾਂਗੇ, ਫਿਰ ਉੱਠਾਂਗੇ।